Hello student, my name is Kavalpreet Kaur. I am trainer in Kearns IELTS Monarch. ਅੱਜ ਦੀ ਵੀਡੀਓ ਵਿੱਚ ਸਟੂਡੈਂਟ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਟਾਸਕ 1 ਪਾਈ ਚਾਰਟ ਕਿਵੇਂ ਰਾਈਟ ਕਰ ਸਕਦੇ ਹਾਂ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਪਾਈ ਚਾਰਟ ਡਿਸਕ੍ਰਾਈਬ ਕਰਾਂਗੀ ਕਿ ਆਪਾਂ ਇੰਟਰੋਡਕਸ਼ਨ ਕਿਵੇਂ ਰਾਈਟ ਕਰ ਸਕਦੇ ਹਾਂ, ਬੋਡੀ ਪੈਰਾਗ੍ਰਾਫਸ ਕਿਵੇਂ ਰਾਈਟ ਕਰ ਸਕਦੇ ਹਾਂ ਐਂਡ ਓਵਰਆਲ ਕਿਵੇਂ ਦੇ ਸਕਦੇ ਹਾਂ। ਸਟੂਡੈਂਟ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਟਾਸਕ ਦੇ ਵਿੱਚ ਵੇਰੀਏਸ਼ਨਸ ਦੇਣ ਲਈ, ਜੋ ਇੱਧਰੋਂ ਉੱਧਰੋਂ ਦੀਆਂ ਵੀਡੀਓਜ਼ ਦੇਖ ਕੇ ਜਾਂ ਚੈਨਲਸ ਨੂੰ ਫੋਲੋ ਕਰਕੇ ਉਹਨੂੰ ਹੋਰ ਵੀ ਕੰਪਲੀਕੇਟਡ ਬਣਾ ਦਿੰਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸਾਡੀ ਜਿਹੜੀ ਸੈਂਟੈਂਸ ਫਾਰਮੇਸ਼ਨ ਹੈ ਉਹ ਪਾਈ ਚਾਰਟ ਲਈ ਕਿਵੇਂ ਹੋਣੀ ਚਾਹੀਦੀ ਹੈ, ਟੇਬਲ ਲਈ ਕਿਵੇਂ ਹੋਣੀ ਚਾਹੀਦੀ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਕਿ ਆਪਾਂ ਪਾਈ ਚਾਰਟ ਨੂੰ ਕਿਵੇਂ ਰਾਈਟ ਕਰ ਸਕਦੇ ਹਾਂ। ਠੀਕ ਹੈ ਜੀ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਢੰਗ ਨਾਲ ਕਲੀਅਰ ਕਰਾਇਆ ਜਾਏਗਾ ਕਿ ਤੁਸੀਂ ਇੰਟਰੋ ਕਿਵੇਂ ਰਾਈਟ ਕਰਨੀ ਹੈ, ਬੋਡੀ ਪੈਰਾਗ੍ਰਾਫਸ ਵਿਦ ਵੇਰੀਏਸ਼ਨਸ ਕਿਵੇਂ ਰਾਈਟ ਕਰਨੇ ਨੇ ਅਤੇ ਫਰੈਕਸ਼ਨ ਦਾ ਯੂਜ਼ ਕਿਵੇਂ ਕਰਨਾ ਹੈ। ਜੋ ਫਰੈਕਸ਼ਨ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਤੁਸੀਂ ਪਰਸੈਂਟੇਜ ਨੂੰ ਕਿਵੇਂ ਫਰੈਕਸ਼ਨਸ ਦੇ ਵਿੱਚ ਰਾਈਟ ਕਰ ਸਕਦੇ ਹੋ। ਹਾਂਜੀ ਸਟੂਡੈਂਟ, ਅੱਜ ਅਸੀਂ ਤੁਹਾਨੂੰ ਪਾਈ ਚਾਰਟ ਬਾਰੇ ਦੱਸਾਂਗੇ ਕਿ ਪਾਈ ਚਾਰਟ ਨੂੰ ਆਪਾਂ ਕਿਵੇਂ ਰਾਈਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇੱਕ ਸਟੇਟਮੈਂਟ ਮੈਂਸ਼ਨ ਕੀਤੀ ਗਈ ਹੈ ਜੀ, ਜਿਹਨੂੰ ਆਪਾਂ ਰੀਡ ਕਰਦੇ ਹਾਂ। ਦ ਚਾਰਟਸ ਬਿਲੋ ਸ਼ੋ ਦ ਪ੍ਰਪੋਰਸ਼ਨ ਆਫ ਐਨਰਜੀ ਪ੍ਰੋਡਿਊਸਡ ਫਰੋਮ different sources in a country between 1985 and 2003. Summarize the information by selecting and reporting the main features and make comparison where relevant. Student, ਆਪਾਂ ਜਸਟ ਇੱਥੋਂ ਤੱਕ ਹੀ ਸਟੇਟਮੈਂਟ ਨੂੰ ਰੀਫਰੇਜ਼ ਕਰਨਾ ਹੁੰਦਾ ਹੈ। The charts below show the proportion of energy produced from different sources in a country between 1985 and 2003. ਸਿਰਫ ਆਪਾਂ ਇੰਨੀ ਹੀ ਸਟੇਟਮੈਂਟ ਨੂੰ ਰੀਫਰੇਜ਼ ਕਰਾਂਗੇ, ਬਾਕੀ ਜਿਹੜੀ ਰੈਸਟ ਆਫ ਸਟੇਟਮੈਂਟ ਹੈ ਉਹਨੂੰ ਰੀਫਰੇਜ਼ ਨਹੀਂ ਕਰਾਂਗੇ। ਸੋ ਆਪਣੇ ਕੋਲ ਦੋ ਪਾਈ ਚਾਰਟ ਮੈਂਸ਼ਨ ਕੀਤੇ ਹੋਏ ਨੇ, ਇੱਕ ਹੈ ਜੀ 1985 ਦਾ ਤੇ ਸੈਕਿੰਡ ਹੈ ਜੀ 2003 ਦਾ। ਫਰਸਟ ਚਾਰਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋਨਾਂ ਚਾਰਟਸ ਦੇ ਵਿੱਚ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਦੋਨਾਂ ਚਾਰਟਸ ਦੇ ਵਿੱਚ ਜਿਹੜੇ ਸੋਰਸ ਨੇ ਐਨਰਜੀ ਪ੍ਰੋਡਿਊਸ ਦੇ ਉਹ ਸੇਮ ਨੇ। ਤਾਂ ਪਹਿਲੇ ਦੇ ਵਿੱਚ ਜਿਹੜੀ ਐਨਰਜੀ ਪ੍ਰੋਡਿਊਸ ਹੋ ਰਹੀ ਸੀ ਡਿਫਰੈਂਟ, ਉਹ ਹੈ ਜੀ ਫਸਟ ਈਅਰ ਦੇ ਵਿੱਚ 52% ਐਂਡ ਸੈਕਿੰਡ ਈਅਰ ਦੇ ਵਿੱਚ 39% ਹੈ। ਫਿਰ ਨਿਊਕਲੀਅਰ ਤੋਂ ਹੈ ਫਸਟ ਈਅਰ ਦੇ ਵਿੱਚ 22% ਹੈ ਐਂਡ ਸੈਕਿੰਡ ਈਅਰ ਦੇ ਵਿੱਚ 70% ਐਨਰਜੀ ਪ੍ਰੋਡਿਊਸ ਹੋ ਰਹੀ ਸੀ। ਹਾਈਡਰੋਜਨ ਤੋਂ ਸਿਮਿਲਰ ਪਰਸੈਂਟੇਜ ਸੀ। ਕੋਲ ਤੋਂ ਐਨਰਜੀ ਪਹਿਲੇ ਈਅਰ ਦੇ ਵਿੱਚ 8% ਸੀ, ਸੈਕਿੰਡ ਦੇ ਵਿੱਚ 13 ਸੀ। ਐਵੇਂ ਹੀ ਨੈਚੁਰਲ ਗੈਸ ਤੋਂ ਫਸਟ ਈਅਰ ਦੇ ਵਿੱਚ 13 ਸੀ ਤੇ ਸੈਕਿੰਡ ਈਅਰ ਦੇ ਵਿੱਚ 23 ਸੀ। ਅਦਰ ਰੀਨਿਊਏਬਲ ਤੋਂ 1% ਸੀ 1985 ਦੇ ਵਿੱਚ ਤੇ 4% ਸੀ 2003 ਦੇ ਵਿੱਚ। ਸਟੂਡੈਂਟ, ਆਪਾਂ ਜਿਹੜੀ ਸਾਡੀ ਪਹਿਲਾਂ ਵੀਡੀਓ ਇੱਕ ਅਪਲੋਡ ਕੀਤੀ ਸੀ, ਅਸੀਂ ਉਹਦੇ ਵਿੱਚ ਤੁਹਾਨੂੰ ਇੰਟਰੋਡਕਸ਼ਨ ਬਾਰੇ ਦੱਸਿਆ ਸੀ ਤੇ ਦੱਸਿਆ ਸੀ ਕਿ ਆਪਾਂ ਕਿਵੇਂ ਰੀਫਰੇਜ਼ ਕਰ ਸਕਦੇ ਹਾਂ। ਸੋ ਅੱਜ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਇੱਕ ਵਾਰੀ ਅਗੇਨ ਦੱਸਾਂਗੀ ਜੋ ਸਟੇਟਮੈਂਟ ਹੈ ਉਹਨੂੰ ਕਿਵੇਂ ਰੀਫਰੇਜ਼ ਕਰ ਸਕਦੇ ਹਾਂ ਐਂਡ ਕਿਵੇਂ ਆਪਾਂ ਕੰਪੈਰੀਜ਼ਨ ਕਰਕੇ ਆਪਣਾ ਟਾਸਕ ਰਾਈਟ ਕਰ ਸਕਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਜੀ ਇੰਟਰੋਡਕਸ਼ਨ ਕਰਨ ਦੇ ਦੋ ਵੇ ਨੇ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਿਵੇਂ ਸਿਨੋਨੀਅਮ ਐਡ ਕਰਕੇ ਰਾਈਟ ਕਰ ਸਕਦੇ ਹਾਂ ਜਾਂ ਆਪਾਂ ਪੈਸਿਵ ਫਾਰਮ ਦੇ ਵਿੱਚ ਰਾਈਟ ਕਰ ਸਕਦੇ ਹਾਂ। ਸੋ ਉੱਪਰ ਆਪਾਂ ਨੂੰ ਕੀ ਮੈਂਸ਼ਨ ਕੀਤਾ ਹੋਇਆ ਹੈ ਕਿ ਦ ਚਾਰਟਸ below show the proportion of energy produced from different sources, ਕਿ ਜੋ ਚਾਰਟ ਨੇ ਉਹ ਆਪਾਂ ਨੂੰ ਸ਼ੋ ਕਰ ਰਹੇ ਨੇ ਕਿ ਕਿੰਨੇ ਪਰਸੈਂਟ ਐਨਰਜੀ ਹੈ ਜਿਹੜੀ ਪ੍ਰੋਡਿਊਸ ਹੋ ਰਹੀ ਹੈ ਡਿਫਰੈਂਟ ਸੋਰਸਿਸ ਲਾਈਕ ਆਇਲ, ਨੈਚੁਰਲ ਗੈਸ, ਨਿਊਕਲੀਅਰ, ਹਾਈਡਰੋਜਨ ਇਨ ਅ ਕੰਟਰੀ ਬਿਟਵੀਨ 1985 2003। ਜਿਹੜੇ ਦੋ ਈਅਰ ਮੈਂਸ਼ਨ ਕੀਤੇ ਹੋਏ ਨੇ ਇਹਨਾਂ ਦੇ ਵਿੱਚ। ਸੋ ਆਪਾਂ ਇਹਨੂੰ ਇੰਟਰੋਡਕਸ਼ਨ 'ਚ ਕਿਵੇਂ ਰਾਈਟ ਕਰਾਂਗੇ। ਸਭ ਤੋਂ ਪਹਿਲਾਂ ਦ ਇਨਫੋਰਮੇਸ਼ਨ ਅਬਾਊਟ ਦ ਪਰਸੈਂਟੇਜ, ਪ੍ਰਪੋਰਸ਼ਨ ਦੀ ਜਗ੍ਹਾ ਤੇ ਆਪਾਂ ਨੇ ਕੀ ਮੈਂਸ਼ਨ ਕਰਤਾ, ਪਰਸੈਂਟੇਜ ਆਫ ਐਨਰਜੀ ਜਨਰੇਟਡ, ਪ੍ਰੋਡਿਊਸ ਦੀ ਥਾਂ ਤੇ ਆਪਾਂ ਜਨਰੇਟਡ ਨੂੰ ਚੇਂਜ ਕਰਤਾ ਫਰੋਮ ਡਿਫਰੈਂਟ ਸੋਰਸਿਸ ਫਰੋਮ 1985 ਐਂਡ 2003। ਸਟੂਡੈਂਟ, ਉੱਪਰ ਬਿਟਵੀਨ ਨਾਲ ਟਾਈਮ ਮੈਂਸ਼ਨ ਕੀਤਾ ਹੋਇਆ ਸੀ, ਨੀਚੇ ਆਪਾਂ ਫਰੋਮ ਨਾਲ ਕਰਤਾ ਜੀ। ਐਂਡ ਇਜ਼ ਡੈਮੋਨਸਟ੍ਰੇਟਡ ਬਾਈ ਦਾ ਰੈਂਡਰਡ ਪਾਈ ਚਾਰਟਸ। ਹਾਂਜੀ, ਨੈਕਸਟ ਹੈ ਜੀ ਬੋਡੀ ਪੈਰਾਗ੍ਰਾਫ 1। ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਕੀ ਕਰਾਂਗੇ ਕਿ ਜੋ ਆਪਾਂ ਨੂੰ ਪੂਰਾ ਡਾਟਾ ਦਿੱਤਾ ਹੋਇਆ ਆਪਾਂ 50% ਇੱਕ ਬੋਡੀ ਪੈਰਾਗ੍ਰਾਫ 'ਚ ਐਕਸਪਲੇਨ ਕਰਾਂਗੇ ਐਂਡ 50% ਆਪਾਂ ਇੱਕ 'ਚ ਐਕਸਪਲੇਨ ਕਰਾਂਗੇ। ਸੋ ਸਭ ਤੋਂ ਪਹਿਲਾਂ ਕਿ ਆਪਾਂ ਉੱਪਰ ਜਿਹੜਾ ਮੈਂਸ਼ਨ ਹੈ ਆਇਲ, ਨੈਚੁਰਲ ਗੈਸ ਐਂਡ ਹਾਈਡਰੋਜਨ, ਇਹਨਾਂ ਨੂੰ ਫਸਟ ਬੋਡੀ ਪੈਰਾਗ੍ਰਾਫ 'ਚ ਐਕਸਪਲੇਨ ਕਰਾਂਗੇ। ਦੈਨ ਕੋਲ, ਨੈਚੁਰਲ ਗੈਸ ਐਂਡ ਅਦਰ ਰੀਨਿਊਏਬਲ ਨੂੰ ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਰਾਂਗੇ।
ਹਾਂਜੀ, ਸਭ ਤੋਂ ਪਹਿਲਾਂ ਇੱਕ ਆਪਾਂ ਫਰੇਜ਼ ਜੋ ਆਪਾਂ ਐਜ਼ ਅ ਪੰਚ ਲਾਈਨ ਯੂਜ਼ ਕਰਦੇ ਹਾਂ ਉਹ ਹੈ ਜੀ, ਆਫਟਰ ਹੈਵਿੰਗ ਅ ਗਲਿੰਪਸ ਇਟ ਕੈਨ ਬੀ ਸੀਨ ਕਲੀਅਰਲੀ ਦੈਟ। ਜੇ ਆਪਾਂ ਉੱਪਰ ਦੇਖੀਏ ਤਾਂ ਜਿਹੜਾ ਆਇਲ ਸੀ, ਆਇਲ ਦੇ ਤੋਂ ਜਿਹੜੀ એનર્ਜੀ ਪ੍ਰੋਡਕਸ਼ਨ ਸੀ ਦੋਨਾਂ ਈਅਰ ਦੇ ਵਿੱਚ ਕੀ ਸੀ, ਮੈਕਸਿਮਮ ਸੀ। ਫਰਸਟ ਈਅਰ ਦੇ ਵਿੱਚ 52% ਸੀ ਐਂਡ ਸੈਕੰਡ ਈਅਰ ਦੇ ਵਿੱਚ 39% ਸੀ। ਸੋ ਆਪਾਂ ਇਹਨੂੰ ਕਿਵੇਂ ਰਾਈਟ ਕਰਾਂਗੇ? oil was the major source of energy production throughout the time span of 18 years। ਸਟੂਡੈਂਟ ਇੱਥੇ ਆਪਾਂ 18 years ਤਾਂ ਮੈਂਸ਼ਨ ਕੀਤੇ ਨੇ, ਅਗਰ ਆਪਾਂ ਦੇਖੀਏ ਤਾਂ 1985 ਤੋਂ ਲੈ ਕੇ 2003 ਤੱਕ 18 years ਬਣਦੇ ਨੇ। and the generation from oil dropped just over a half। just over a half ਮਤਲਬ 52% fractions 2 ਯੂਜ਼ ਕੀਤੀ ਹੈ ਇੱਥੇ ਆਪਾਂ, ਬਟ ਮੈਂ ਨਾਲ ਤੁਹਾਨੂੰ ਐਕਸਪਲੇਨ ਕਰਨ ਲਈ ਬ੍ਰੈਕਟ ਦੇ ਵਿੱਚ ਪਰਸੈਂਟੇਜ ਵੀ ਮੈਂਸ਼ਨ ਕਰਤੀ। ਟੂ ਆਲਮੋਸਟ 2/5 ਹੁੰਦਾ ਜੀ 40%, ਸੋ ਇੱਥੇ 39 ਸੀ, ਸੋ ਆਲਮੋਸਟ ਯੂਜ਼ ਕਰਕੇ ਆਪਾਂ ਇਹਨੂੰ ਐਕਸਪਲੇਨ ਕਰਤਾ। ਨੈਕਸਟ ਹੈ ਜੀ ਨਿਊਕਲੀਅਰ ਦੇ ਵਿੱਚੋਂ ਦੇਖੀਏ ਆਪਾਂ ਫਰਸਟ ਈਅਰ ਦੇ ਵਿੱਚ એનર્ਜੀ ਜਿਹੜੀ ਪ੍ਰੋਡਿਊਸ ਹੋ ਰਹੀ ਸੀ ਉਹ 22% ਸੀ ਐਂਡ ਸੈਕੰਡ ਈਅਰ ਦੇ ਵਿੱਚ ਜਿਹੜੀ ਪ੍ਰੋਡਿਊਸ ਹੋ ਰਹੀ ਸੀ ਉਹ 17% ਸੀ। ਸੋ ਸਭ ਤੋਂ ਪਹਿਲਾਂ ਆਪਾਂ ਕਨੈਕਟਰ ਯੂਜ਼ ਕਰਾਂਗੇ। ਮੋਰ ਓਵਰ 22% ਮਤਲਬ 20, ਅਗਰ ਆਪਾਂ ਇਹਨੂੰ ਦੇਖੀਏ ਤਾਂ ਨੀਅਰ ਅਬਾਊਟ 25 ਹੈ। 25 ਨੂੰ ਆਪਾਂ ਫ੍ਰੈਕਸ਼ਨ ਦੇ ਵਿੱਚ ਰਾਈਟ ਕਰਦੇ ਹਾਂ ਅ ਕੁਆਟਰ, ਸੋ ਆਪਾਂ ਇਹਨੂੰ ਰਾਈਟ ਕਰ ਸਕਦੇ ਹਾਂ ਅਪਰੋਕਸੀਮੇਟਲੀ ਅ ਕੁਆਟਰ proportion of energy was produced from nuclear and whereas it was decreased। ਹਾਂਜੀ ਸਟੂਡੈਂਟ, ਲਾਸਟ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਗਿਆ ਸੀ ਕਿ ਅਗਰ ਤੁਸੀਂ ਡਿਫਰੈਂਸ ਮੈਂਸ਼ਨ ਕਰਨਾ ਹੈ ਤਾਂ ਤੁਸੀਂ ਬਾਈ ਨਾਲ ਲਿਖੋਗੇ ਵੈਲਿਊ, ਅਗਰ ਤੁਸੀਂ ਐਜ਼ ਇਟ ਇਜ਼ ਜੋ ਮੈਂਸ਼ਨ ਹੈ ਉਹੀ ਵੈਲਿਊ ਐਗਜ਼ੈਕਟ ਵੈਲਿਊ ਲਿਖੋਗੇ ਤਾਂ ਤੁਸੀਂ 2 ਨਾਲ ਰਾਈਟ ਕਰੋਗੇ। ਸੋ ਇੱਥੇ ਆਪਾਂ it was decreased by 5% ਮਤਲਬ ਪਹਿਲੇ 'ਚ 22 ਸੀ ਐਂਡ ਸੈਕੰਡ ਦੇ ਵਿੱਚ 17 ਸੀ, ਤਾਂ ਡਿਫਰੈਂਟ 5% ਦਾ ਸੀ। ਐਂਡ ਅਗਰ 2 ਨਾਲ ਲਿਖਾਂਗੇ ਤਾਂ ਆਪਾਂ ਐਗਜ਼ੈਕਟ ਵੈਲਿਊ 17 ਇਨ ਦਾ ਲੇਟਰ ਈਅਰ ਮਤਲਬ ਸੈਕੰਡ ਈਅਰ। ਹਾਂਜੀ, ਨੈਕਸਟ ਹੈ ਜੀ ਹਾਈਡਰੋਜਨ ਤੋਂ ਜਿਹੜੀ એનર્ਜੀ ਪ੍ਰੋਡਿਊਸ ਹੋ ਰਹੀ ਸੀ ਉਹ ਦੋਨਾਂ ਈਅਰਸ ਦੇ ਵਿੱਚ ਸੇਮ ਸੀ। ਸੋ ਇਹਨੂੰ ਆਪਾਂ ਕਿਵੇਂ ਰਾਈਟ ਕਰ ਸਕਦੇ ਹਾਂ? ਇੰਟਰਸਟਿੰਗਲੀ ਕਿਉਂਕਿ ਇੱਕ ਇੰਟਰਸਟਿੰਗ ਜਿਹਾ ਫੀਚਰ ਹੈ ਗ੍ਰਾਫ ਦਾ। Interestingly, energy production from hydrogen in both mentioned year remained plateau at 4%। plateau ਹੈ ਜੀ unchanged, ਮਤਲਬ similar ਰਹੀ ਹੈ ਦੋਨਾਂ ਦੇ ਵਿੱਚ। ਹਾਂਜੀ, ਇਹ ਸੀ ਜੀ ਆਪਣਾ 50% ਡਾਟਾ ਜਿਹੜਾ ਆਪਾਂ ਫਰਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕੀਤਾ ਹੈ। ਸਭ ਤੋਂ ਪਹਿਲਾਂ ਆਪਾਂ ਮੈਕਸਿਮਮ ਨਾਲ ਸੈਂਟੈਂਸ ਦਿੱਤਾ, ਦੈਨ ਆਪਾਂ ਪੈਸਿਵ ਫਾਰਮ ਦੇ ਵਿੱਚ ਐਕਸਪਲੇਨ ਕੀਤਾ, ਮਤਲਬ ਆਪਾਂ ਪਰਸੈਂਟੇਜ ਤੋਂ ਚੱਕਿਆ, ਫਿਰ ਉਹਨੂੰ ਡਿਕਲਾਈਨ ਨਾਲ ਮੈਂਸ਼ਨ ਕੀਤਾ, ਦੈਨ ਆਪਾਂ ਸਿਮਿਲਰ ਵਾਲਾ ਕੀਤਾ। ਹੁਣ ਹੈ ਜੀ ਬੋਡੀ ਪੈਰਾਗ੍ਰਾਫ ਸੈਕਿੰਡ। ਬੋਡੀ ਪੈਰਾਗ੍ਰਾਫ ਸੈਕਿੰਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਨੈਕਟਰ ਯੂਜ਼ ਕਰਾਂਗੇ ਪ੍ਰੋਬਿੰਗ ਫਰਦਰ ਜੋ ਕਨੈਕਟਰ ਹੈ ਸਿਰਫ ਆਪਾਂ ਟਾਸਕ 2 ਦੇ ਵਿੱਚ 1 ਦੇ ਵਿੱਚ ਹੀ ਯੂਜ਼ ਕਰਾਂਗੇ, ਇਹਨੂੰ ਟਾਸਕ 2 'ਚ ਨਹੀਂ ਯੂਜ਼ ਕਰਦੇ। ਸੋ ਜੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅਦਰ ਰੀਨਿਊਏਬਲ ਸੋਰਸਿਸ ਤੋਂ ਜਿਹੜੀ એનર્ਜੀ ਪ੍ਰੋਡਿਊਸ ਹੋ ਰਹੀ ਸੀ ਉਹ ਫਰਸਟ ਈਅਰ ਦੇ ਵਿੱਚ ਓਨਲੀ 1% ਸੀ ਐਂਡ ਸੈਕੰਡ ਈਅਰ ਦੇ ਵਿੱਚ 4% ਸੀ। ਸਟੂਡੈਂਟ, ਜੋ 4 ਤੱਕ ਦੀ ਪਰਸੈਂਟੇਜ ਹੁੰਦੀ ਹੈ ਉਹਨੂੰ ਆਪਾਂ ਨਿਗਲੀਜੀਬਲ ਪਰਸੈਂਟੇਜ ਬੋਲਦੇ ਹਾਂ। ਸੋ ਆਪਾਂ ਇਹਨੂੰ ਕਿਵੇਂ ਰਾਈਟ ਕਰਦੇ ਹਾਂ? ਪ੍ਰੋਬਿੰਗ ਫਰਦਰ there was negligible difference observed in the production of other renewable energy production from other renewable sources in almost 2 decades। ਕਹਿੰਦੇ ਕਿ ਜਿਹੜਾ ਨਿਗਲੀਜੀਬਲ ਜਿਹਾ ਡਿਫਰੈਂਸ ਆਬਜ਼ਰਵ ਕੀਤਾ ਗਿਆ ਜਿਹੜੀ એનર્ਜੀ ਪ੍ਰੋਡਕਸ਼ਨ ਹੋ ਰਹੀ ਸੀ ਅਦਰ ਰੀਨਿਊਏਬਲ ਸੋਰਸਿਸ ਤੋਂ 2 ਡੈਕੇਡਸ ਦੇ ਵਿੱਚ ਆਲਮੋਸਟ। ਸਟੂਡੈਂਟ 10 ਇਅਰਸ ਦਾ ਇੱਕ ਡੈਕੇਡ ਹੁੰਦਾ ਹੈ ਐਂਡ ਇੱਥੇ 18 ਇਅਰ ਮੈਂਸ਼ਨ ਕੀਤੇ ਹੋਏ ਸੀ, ਸੋ ਆਪਾਂ ਆਲਮੋਸਟ 2 ਡੈਕੇਡ ਲਿਖ ਕੇ ਇੱਥੇ ਆਪਣਾ ਟਾਈਮ ਨੂੰ ਵੇਰੀਏਸ਼ਨ ਫਾਰਮ ਦੇ ਵਿੱਚ ਲਿਖਤਾ। ਨਿਗਲੀਜੀਬਲ ਡਿਫਰੈਂਸ ਕਿਵੇਂ ਹੈ ਕਿ ਉੱਥੇ 1% ਹੈ, ਫਰਸਟ ਈਅਰ ਦੇ ਵਿੱਚ 1% ਹੈ ਔਰ ਸੈਕੰਡ ਈਅਰ ਦੇ ਵਿੱਚ 4% ਹੈ, ਸੋ ਇਹਨਾਂ ਦਾ ਡਿਫਰੈਂਸ 3% ਦਾ ਹੈ। ਜਿਵੇਂ ਤੁਹਾਨੂੰ ਦੱਸਿਆ ਕਿ 4% ਤੱਕ ਦੀ ਜਿਹੜੀ ਪਰਸੈਂਟੇਜ ਹੁੰਦੀ ਹੈ ਜਾਂ ਕੋਈ ਨੰਬਰ ਹੁੰਦਾ ਉਹਨੂੰ ਨਿਗਲੀਜੀਬਲ 'ਚ ਰਾਈਟ ਕੀਤਾ ਜਾਂਦਾ ਹੈ। ਨੈਕਸਟ ਹੈ ਜੀ ਕੋਲ ਐਂਡ ਨੈਚੁਰਲ ਗੈਸ। ਜੇ ਆਪਾਂ ਦੇਖੀਏ ਤਾਂ ਦੋਨੋਂ ਕੀ ਹੋਏ ਨੇ, ਦੋਨਾਂ ਈਅਰਸ ਦੇ ਵਿੱਚ ਇਨਕਰੀਜ਼ ਹੋਈ ਹੈ ਜਿਹੜੀ ਪ੍ਰੋਡਕਸ਼ਨ ਸੀ એનર્ਜੀ ਦੀ। ਕੋਲ ਤੋਂ ਜਿਹੜੀ એનર્ਜੀ ਸੀ ਉਹ 8% ਸੀ ਫਰਸਟ ਈਅਰ ਦੇ ਵਿੱਚ, ਸੈਕੰਡ ਦੇ ਵਿੱਚ ਉਹ 13 ਹੋ ਗਈ ਸੀ, ਤੇ ਜਿਹੜੀ ਨੈਚੁਰਲ ਗੈਸ ਤੋਂ ਸੀ ਉਹ ਫਰਸਟ ਈਅਰ ਦੇ ਵਿੱਚ 13% ਸੀ ਐਂਡ ਸੈਕੰਡ ਈਅਰ ਦੇ ਵਿੱਚ 23%
82% ਹੋ ਗਈ ਸੀ। ਸੋ ਮੈਂ ਇਹਨਾਂ ਦੋਨਾਂ ਨੂੰ ਇੱਕੋ ਹੀ ਸੈਂਟੈਂਸ ਦੇ ਵਿੱਚ ਰਾਈਟ ਕਰ ਦਾਂਗੀ ਰਿਸਪੈਕਟਿਵਲੀ ਨਾਲ। ਕਨੈਕਟਰ ਯੂਜ਼ ਕਰਾਂਗੇ ਫਸਟ ਆਫ ਆਲ। In addition, the percentile ਆਪਾਂ percentage ਨੂੰ ਹੀ ਲਿਖਦੇ ਹਾਂ। percentile of energy which was generated from coal and natural gas, ਜਿਹੜੀ ਕਿ ਕੋਲ ਤੇ ਨੈਚੁਰਲ ਗੈਸ ਤੋਂ ਜਨਰੇਟ ਹੋਈ ਸੀ। rose ਹੁੰਦਾ increase ਹੋਣਾ, rise rose risen, rose from 8% to 13% and 13% to 23% ਰਿਸਪੈਕਟਿਵਲੀ ਦਾ ਮਤਲਬ ਹੈ ਕਿ ਜਿਹੜੀ ਕੋਲ ਤੋਂ એનર્ਜੀ ਪ੍ਰੋਡਿਊਸ ਹੋਈ ਸੀ ਉਹ 18 ਤੋਂ 13% ਵਾਲੀ ਹੈ, ਔਰ ਜੋ ਨੈਚੁਰਲ ਗੈਸ ਤੋਂ ਹੋਈ ਸੀ ਉਹ 13 ਤੋਂ ਲੈ ਕੇ 23% ਵਾਲੀ ਹੈ। ਕਿ ਮਤਲਬ ਪਹਿਲੀ ਜਿਹੜੀ ਪਰਸੈਂਟੇਜ ਹੈ ਉਹ ਕੋਲ ਦੀ ਹੈ, ਜਿਹੜੀ ਸੈਕਿੰਡ ਹੈ ਉਹ ਨੈਚੁਰਲ ਗੈਸ ਦੀ ਹੈ। ਸੋ ਰਿਸਪੈਕਟਿਵਲੀ ਨਾਲ ਇਹ ਚੀਜ਼ ਕਲੀਅਰ ਹੋ ਜਾਂਦੀ ਹੈ। ਲਾਸਟ ਵਨ ਇਜ਼ ਓਵਰਆਲ। ਹਾਂਜੀ, ਓਵਰਆਲ ਕਈ ਬੱਚੇ ਪਹਿਲਾਂ ਲਿਖਦੇ ਨੇ, ਬਟ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਓਵਰਆਲ ਲਾਸਟ ਤੇ ਰਾਈਟ ਕਰਿਆ ਕਰੋ। ਓਵਰਆਲ ਦੇ ਵਿੱਚ ਆਪਾਂ ਕਿਵੇਂ ਲਿਖਦੇ ਹਾਂ ਕਿ ਆਪਾਂ ਆਈ ਕੈਚਿੰਗ ਫੀਚਰ ਲਿਖਦੇ ਹਾਂ, ਮੈਕਸਿਮਮ ਮਿਨੀਮਮ ਰਾਈਟ ਕਰ ਸਕਦੇ ਹਾਂ, ਹਾਈਐਸਟ ਲੀਸਟ, ਜਾਂ ਫਿਰ ਸਿਮਿਲਰ ਵੀ ਦੱਸ ਸਕਦੇ ਹਾਂ ਕਿ ਇਹ ਪਰਸੈਂਟੇਜ ਸਿਮਿਲਰ ਰਹੀ ਹੈ। ਜੇ ਆਪਾਂ ਦੇਖੀਏ ਆਪਾਂ ਉੱਪਰ ਮੈਕਸਿਮਮ ਵਾਲਾ ਸੈਂਟੈਂਸ ਵੀ ਦੇ ਦਿੱਤਾ, ਆਪਾਂ ਸਿਮਿਲਰ ਵਾਲਾ ਵੀ ਦੇ ਦਿੱਤਾ, ਤਾਂ ਫਿਰ ਕੋਈ ਆਈ ਕੈਚਿੰਗ ਫੀਚਰ ਤਾਂ ਨਹੀਂ ਰਿਹਾ, ਆਪਾਂ ਆਲਰੇਡੀ ਮੈਂਸ਼ਨ ਕਰਤਾ। ਤਾਂ ਸੋ ਆਪਾਂ ਫਿਰ ਇੱਥੇ ਆਪਾਂ ਕਿਹੜੇ ਓਵਰਆਲ ਕਿਵੇਂ ਦੇਵਾਂਗੇ। ਜੇ ਆਪਾਂ ਉੱਪਰ ਦੇਖੀਏ ਸਟੂਡੈਂਟ, ਤਾਂ ਉੱਪਰ ਜਿਹੜੀ ਵੀ એનર્ਜੀ ਹੈ ਪਹਿਲਾਂ ਨੈਚੁਰਲ ਅਦਰ ਰੀਨਿਊਏਬਲਸ ਤੋਂ ਉਹ ਵੀ ਇਨਕਰੀਜ਼ ਹੋਈ ਹੈ ਸੈਕਿੰਡ ਈਅਰ ਦੇ ਵਿੱਚ। ਜਿਹੜੀ ਪ੍ਰੋਡਕਸ਼ਨ ਨੈਚੁਰਲ ਗੈਸ ਤੋਂ ਹੋ ਰਹੀ ਹੈ ਉਹ ਵੀ ਇਨਕਰੀਜ਼ ਹੋਈ ਹੈ, ਕੋਲ ਤੋਂ ਵੀ ਇਨਕਰੀਜ਼ ਹੋਈ ਹੈ। ਹਾਈਡਰੋਜਨ ਸਿਮਿਲਰ ਰਿਹਾ ਹੈ, ਆਇਲ ਤੇ ਨਿਊਕਲੀਅਰ ਤੋਂ ਕੀ ਹੋਇਆ ਹੈ ਕਿ ਘਟੀ ਹੈ ਜਿਹੜੀ ਪ੍ਰੋਡਕਸ਼ਨ ਹੋਈ ਸੀ। ਸੋ ਆਪਾਂ ਇਹਨੂੰ ਕਿਵੇਂ ਰਾਈਟ ਕਰਾਂਗੇ, ਓਵਰਆਲ ਇਟ ਇਜ਼ ਕ੍ਰਿਸਟਲ ਕਲੀਅਰ ਦੈਟ, ਇੱਕ ਪੰਚ ਲਾਈਨ ਤੁਸੀਂ ਯੂਜ਼ ਕਰ ਸਕਦੇ ਹੋ ਫਰੇਜ਼, it is crystal clear that energy production from all given sources, ਕਿ ਜਿਹੜੀ એનર્ਜੀ ਦੀ ਪ੍ਰੋਡਕਸ਼ਨ ਸੀ ਸਾਰੇ ਸੋਰਸਿਸ ਤੋਂ ਜਿਹੜੇ ਗਿਵਨ ਦਿੱਤੇ ਹੋਏ ਨੇ ਆਪਾਂ ਨੂੰ, was increased except nuclear and oil। ਨਿਊਕਲੀਅਰ ਤੇ ਆਇਲ ਨੂੰ ਛੱਡ ਕੇ ਜਿਹੜੇ ਬਾਕੀ ਸਾਰੇ ਸੋਰਸਿਸ ਨੇ ਉਹਨਾਂ ਤੋਂ ਜਿਹੜੀ એનર્ਜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਈ ਹੈ। ਤੁਸੀਂ ਇਸ ਵੇ ਨਾਲ ਵੀ ਲਿਖ ਸਕਦੇ ਹੋ, ਬਾਕੀ ਤੁਸੀਂ ਮੈਕਸਿਮਮ ਔਰ ਮਿਨੀਮਮ, ਹਾਈਐਸਟ, ਲੀਸਟ ਵਾਲਾ ਵੀ ਯੂਜ਼ ਕਰ ਸਕਦੇ ਹੋ ਵੀ। ਹਾਂਜੀ ਸਟੂਡੈਂਟ, ਜੇ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਤੇ ਤੁਹਾਨੂੰ ਫੀਲ ਹੋਇਆ ਕਿ ਇਹ ਤੁਹਾਡੇ ਲਈ ਯੂਜ਼ਫੁਲ ਹੈ, ਤਾਂ ਮੋਸਟ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਆਵਰ YouTube ਚੈਨਲ। ਐਂਡ ਪਲੀਜ਼ ਸਟੂਡੈਂਟ, ਜਿਨ੍ਹਾਂ ਨੂੰ ਵੀ ਲੱਗਿਆ ਕਿ ਹਾਂ ਇਹ ਵੀਡੀਓ ਬਹੁਤ ਹੀ ਬੈਨੀਫੀਸ਼ੀਅਲ ਹੈ ਉਹਨਾਂ ਲਈ, ਤਾਂ ਉਹ ਆਪਣੀ ਫਰੈਂਡ ਸਰਕਲ ਦੇ ਵਿੱਚ ਸਾਡੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਨ ਐਂਡ ਸਬਸਕ੍ਰਾਈਬ ਕਰਨ ਸਾਡਾ ਚੈਨਲ। ਥੈਂਕ ਯੂ ਜੀ।